ਪ੍ਰਧਾਨ ਮੰਤਰੀ ਮੋਦੀ ਦੀ ਤੁਹਾਨੂੰ ਖਬਰ ਕਿਵੇਂ ਮਿਲੀ? ਵੈਸੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਹੋ ਗਿਆ? ਮੈਨੂੰ ਗਲਵ ਦਾ ਫੋਨ ਆਇਆ, ਕਹਿੰਦਾ ਬਾਈ ਵਧਾਈਆਂ। ਮੈਂ ਕਿਹਾ ਹਾਂ ਗੁਰਪੁਰਬ ਹੈ, ਤੈਨੂੰ ਵੀ ਬਹੁਤ ਵਧਾਈਆਂ। ਕਹਿੰਦਾ ਇੱਕ ਹੋਰ ਦੇ ਦਿਆਂ। ਜਦੋਂ ਉਹਨਾਂ ਨੇ ਆਖਿਆ ਵੀ ਇੱਕ ਹੋਰ ਦੇ ਦਿਆਂ, ਮੈਨੂੰ ਲੱਗਿਆ ਯਾਰ ਕਿਤੇ ਬਿੱਲ ਤਾਂ ਨਹੀਂ ਰੱਦ ਹੋ ਗਏ। ਸੈਟੀਸਫਾਈਡ ਹੋ ਤੁਸੀਂ ਜੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਾਂ ਤੁਹਾਨੂੰ ਲੱਗਦਾ ਐਮਐਸਪੀ ਵਾਲੀ ਗੱਲ ਜਾਂ ਹੋਰ ਗੱਲਾਂ ਨੇ ਜਿਹੜੀਆਂ ਉਹ ਜੇ ਆਉਣੀਆਂ, ਬਾਕੀ ਨੂੰ ਉਹਨਾਂ ਦੀ ਲੜਾਈ ਦੁਬਾਰਾ ਲੜੀ ਜਾਊਗੀ, ਜਾਂ ਇੱਥੋਂ ਹੀ ਦੁਬਾਰਾ ਆਗਾਜ਼ ਸ਼ੁਰੂ ਕਰ ਦੇਣਾ ਚਾਹੀਦਾ? ਸ਼ਰਾਰਤੀ ਜਿਹੇ ਬੰਦੇ ਨੇ ਸਾਰੇ, ਮੇਰੇ ਖਿਆਲ 'ਚ ਸਤਰਕ ਰਹਿਣ ਦੀ ਲੋੜ ਹੈ। ਇਹੋ ਜਿਹਾ ਪਲ ਤੁਹਾਨੂੰ ਕਿਹੜਾ ਲੱਗਿਆ ਕਿ ਯਾਰ ਜਿਹਨੇ ਉਦਾਸ ਕੀਤਾ ਹੋਵੇ, ਨਿਰਾਸ਼ ਕੀਤਾ ਹੋਵੇ? ਇਮਾਨਦਾਰੀ ਨਾਲ ਕਹਾਂ ਬਾਈ, ਮੈਂ ਉਦਾਸ ਨਹੀਂ ਹੋਇਆ ਸੱਚੀ। ਤਾਂ ਠੀਕ ਹੈ, ਥੋੜੇ ਬਹੁਤੇ ਉਦਾਸੀ ਦੇ ਆਲਮ ਜ਼ਰੂਰ ਆਏ ਹੋਣਗੇ, ਪਰ ਉਹ ਡਿਸਕਸ ਕਰਨ ਵਾਲੇ ਨਹੀਂ ਹੈਗੇ। ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਇਹ ਲੜਾਈਆਂ ਜਿਹੜੀਆਂ ਕੋਲਿਆਂ ਦੀ ਦਲਾਲੀ ਆ, ਮੂੰਹ ਕਾਲਾ ਹੋਣਾ ਹੀ ਹੋਣਾ। ਪਰ ਸਾਨੂੰ ਮਹਾਰਾਜ ਨੇ ਬੜਾ ਬਚਾ ਕੇ ਰੱਖਿਆ। ਸਾਨੂੰ ਇੰਨਾ ਜ਼ਰੂਰ ਪਤਾ ਸੀ ਸਾਡਾ ਕੋਈ ਸਵਾਰਥ ਨਹੀਂ। ਕੰਵਰ ਗਰੇਵਾਲ ਕਦੇ ਕਿਸੇ ਸਰਗਰਮ ਰਾਜਨੀਤੀ ਦਾ ਹਿੱਸਾ ਹੋ ਸਕਦਾ? ਨਹੀਂ ਬਾਈ ਨਹੀਂ, ਇਹ ਚੀਜ਼ਾਂ ਨਾ ਗੰਦਲੀਆਂ ਹੋ ਜਾਂਦੀਆਂ। ਮਾਫ ਕਰਨਾ ਮੈਨੂੰ, ਇਹਨਾਂ ਗੱਲਾਂ ਦੀ ਸ਼ੁਰੂਆਤ ਬਹੁਤ ਸੋਹਣੀ ਹੁੰਦੀ ਹੈ। ਕਿਸੇ ਇਹੀ ਜੀ ਗੱਲ ਦਾ ਹਿੱਸਾ ਹੋ ਸਕਦਾ ਕਿ ਜਿਹਦੇ 'ਚ ਪੰਜਾਬ ਠੀਕ ਹੋਵੇ? ਜਿਵੇਂ ਉਦੋਂ ਗਾਣੇ ਸ਼ੁਰੂ ਕੀਤੇ ਸੀ, ਹੁਣ ਫਤਿਹ ਵਾਲਾ ਵੀ ਕੋਈ ਮੋਰਚਾ ਫਤਿਹ ਹੋਣ ਦਾ ਗਾਣਾ ਵੀ ਤੁਹਾਡੇ ਧਿਆਨ 'ਚ ਆਏਗਾ? ਅੱਜ ਹਰਫ ਨੂੰ ਮਿਸ ਕਰ ਰਹੇ ਹਾਂ ਯਾਰ। ਮੈਂ ਚਾਹੁੰਦਾ ਸੀ ਤੁਹਾਡੇ ਪਰਲੇ ਪਾਸੇ ਹਰ ਬੈਠਾ ਹੁੰਦਾ। ਉਹ ਅਸੀਂ ਕਈ ਮਹੀਨੇ ਪਹਿਲਾਂ ਕਹਿੰਦਾ ਸੀ, ਕਹਿੰਦਾ ਬਾਈ, ਕਹਿੰਦਾ ਯਾਰ ਜਦੋਂ ਪੰਜਾਬ ਚੱਲਾਂਗੇ ਨਾ, ਮੁੜਾਂਗੇ ਜਦੋਂ ਪੰਜਾਬ ਨੂੰ, ਕਹਿੰਦਾ ਯਾਰ ਇੱਕ ਗੀਤ ਜ਼ਰੂਰ ਕਹਿਣਾ ਆਪਾਂ ਵੀ ਆਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖਿਓ। ਕਿ ਤੁਹਾਡਾ ਵੀ ਬਹੁਤ ਧੰਨਵਾਦ, ਕਿਉਂਕਿ ਤੁਸੀਂ ਸੀਨੀਅਰਾਂ 'ਚ ਆਉਣੇ ਹੋ। ਪਰ ਜਿਸ ਤਰ੍ਹਾਂ ਦਾ ਕੰਟਰੀਬਿਊਸ਼ਨ ਤੁਹਾਡਾ ਇਸ ਪ੍ਰੋਟੈਸਟ ਦੇ ਵਿੱਚ ਰਿਹਾ, ਉਹ ਵੀ ਅਸੀਂ ਹਮੇਸ਼ਾ ਯਾਦ ਰੱਖਾਂਗੇ। ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ, ਇਹ ਗਾਣੇ ਦੇ ਨਾਲ ਕੰਵਰ ਗਰੇਵਾਲ ਦੀ ਸਭ ਤੋਂ ਵੱਧ ਪਛਾਣ ਬਣੀ ਸੀ। ਪਰ ਉਹਨਾਂ ਨੂੰ ਦੂਜੀ ਪਛਾਣ ਕਿਸਾਨ ਅੰਦੋਲਨ ਨੇ ਦਿੱਤੀ, ਤੇ ਕਿਸਾਨ ਅੰਦੋਲਨ ਨੂੰ ਉਹਨਾਂ ਨੇ ਵੀ ਮਜ਼ਬੂਤ ਕੀਤਾ। ਕਿਸਾਨ ਅੰਦੋਲਨ ਜਿੱਤਿਆ। ਕੰਵਰ ਗਰੇਵਾਲ ਸਾਡੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਆ ਉਹਨਾਂ ਦੇ ਨਾਲ ਕਿ ਉਹਨਾਂ ਲਈ ਇਸ ਜਿੱਤ ਦਾ ਮਤਲਬ ਕੀ ਹੈਗਾ। ਕੰਵਰ, ਮੈਂ ਜਿਵੇਂ ਜ਼ਿਕਰ ਕੀਤਾ, ਯੂਨੀਵਰਸਿਟੀ ਤੁਸੀਂ ਹੁੰਦੇ ਸੀ, ਅਸੀਂ ਵੀ ਹੁੰਦੇ ਸੀ, ਪਰ ਤੁਹਾਡਾ ਗਾਣਾ ਆਇਆ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ। ਮੈਂ ਸਹੀ ਬੋਲ ਰਿਹਾ ਗਾਣਾ? ਇਹ ਉਹ ਗਾਣੇ ਦੇ ਜ਼ਰੀਏ ਤੁਸੀਂ ਪਛਾਣ ਬਣਾਈ। ਉਸ ਤੋਂ ਬਾਅਦ ਬਹੁਤ ਸਾਰੇ ਫੇਜ਼ ਨੇ, ਪਰ ਕਿਸਾਨ ਅੰਦੋਲਨ ਨੇ ਇੱਕ ਤੁਹਾਨੂੰ ਬਹੁਤ ਵੱਡੀ ਪਛਾਣ ਦਿੱਤੀ, ਔਰ ਤੁਸੀਂ ਵੀ ਬਹੁਤ ਵੱਡੀ ਇੱਕ ਇਨਵੈਸਟਮੈਂਟ, ਮੈਂ ਕਹਾਂ ਨਿਵੇਸ਼ ਇੱਥੇ ਕੀਤਾ ਆਪਣੀ ਜ਼ਿੰਦਗੀ ਦਾ। ਚਲੋ ਬਾਈ, ਇਹ ਜਾਣੀ ਇੱਕ ਬੜੀ ਸੋਹਣੀ ਲਾਈਨ ਹੈ। ਪਿਛਲੇ 1 ਸਾਲ ਤੋਂ ਪੱਲੇ ਬੰਨੀ ਵੀ ਹੈ, ਜਦੋਂ ਕਹਿੰਦਾ ਵੀ ਹਾਂ ਤੂੰ ਕਾਫੀ ਕੀਤਾ, ਤਾਂ ਮੈਨੂੰ ਲੱਗਦਾ ਹੁੰਦਾ ਕਿ ਮਹਾਰਾਜ ਦੀ ਮਰਜ਼ੀ ਸੀ ਤੇ ਉਹਨਾਂ ਵੱਲੋਂ ਹਾਜ਼ਰੀ ਲੱਗਣੀ ਸੀ। ਤੇ ਮੈਂ ਤਾਂ ਜਾਣੀ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗਾ, ਹੈ ਨਾ। ਮੇਰੇ ਅੰਦਰ ਇੱਕ ਜਿਵੇਂ ਇੱਕ ਆਰਟਿਸਟ ਦੀ ਆਪਣੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਮੇਰੀ ਕਲਾ ਸੋਹਣੇ ਪਾਸੇ ਇਨਵੈਸਟ ਹੋਈ ਹੈ, ਮੇਰੇ ਆਪਣੇ ਵਾਲੀ ਇਨਵੈਸਟ ਹੋਈ ਹੈ, ਮੇਰੇ ਆਪਣੇ ਪਰਿਵਾਰਾਂ ਲਈ ਇਨਵੈਸਟ ਹੋਈ ਹੈ। ਤੇ ਇੱਕ ਬਹੁਤ ਵੱਡਾ ਮਸਲਾ ਸੀ ਇੱਥੇ, ਸਾਡਾ ਫਰਜ਼ ਬਣਦਾ ਸੀ। ਹੋ ਸਕਦਾ ਕਿ ਜੇ ਹਾਜ਼ਰੀ ਨਾ ਲੱਗਦੀ ਤਾਂ ਆਉਣ ਵਾਲੇ ਟਾਈਮ 'ਚ ਕਿਤੇ ਮਾੜੇ ਮੋਟੇ ਜਿਹੇ ਸਿਆਣੇ ਹੋ ਜਾਂਦੇ, ਤਾਂ ਉਦੋਂ ਇਹ ਪਛਤਾਵਾ ਜਿਹਾ ਰਹਿਣਾ ਸੀ ਕਿ ਮੇਰੇ ਪਰਿਵਾਰ 'ਤੇ ਭੀੜ ਪਈ ਵੀ ਸੀ ਤੇ ਅਸੀਂ ਆਪਦੇ ਗਾਣੇ ਗਾਉਣ ਜੋਗੇ ਰਹਿ ਗਏ ਜੀ। ਤੇ ਕੀ ਲੱਗਿਆ ਹੁਣ ਪ੍ਰਧਾਨ ਮੰਤਰੀ ਮੋਦੀ ਦੀ ਤੁਹਾਨੂੰ ਖਬਰ ਕਿਵੇਂ ਮਿਲੀ? ਵੈਸੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਹੋ ਗਿਆ? ਮੈਂ ਬਾਈ ਐਲਬਮ ਕਰ ਰਿਹਾ ਹੁਣ ਇੱਕ, ਤਾਂ ਮੈਂ ਮਹਾਲੀ ਉੱਥੇ ਸਟੂਡੀਓ ਚੱਲਿਆ ਸੀ ਕੱਲ ਤੜਕੇ ਵੇਲੇ, ਤੇ ਪਰਸੋਂ ਤਾਂ ਉਹ ਆਪਣਾ ਮੈਨੂੰ ਗਲਵ ਦਾ ਫੋਨ ਆਇਆ, ਕਹਿੰਦਾ ਬਾਈ ਵਧਾਈਆਂ। ਮੈਂ ਕਿਹਾ ਹਾਂ ਗੁਰਪੁਰਬ ਹੈ, ਤੈਨੂੰ ਵੀ ਬਹੁਤ ਵਧਾਈਆਂ। ਕਹਿੰਦਾ ਇੱਕ ਹੋਰ ਦੇ ਦਿਆਂ। ਜਦੋਂ ਉਹਨਾਂ ਨੇ ਆਖਿਆ ਵੀ ਇੱਕ ਹੋਰ ਦੇ ਦਿਆਂ, ਮੈਨੂੰ ਲੱਗਿਆ ਯਾਰ ਕਿਤੇ ਬਿੱਲ ਤਾਂ ਨਹੀਂ ਰੱਦ ਹੋ ਗਏ, ਹੈ ਨਾ। ਕਿਉਂਕਿ ਮੈਂ ਅਰਲੀ ਮਾਰਨਿੰਗ ਹੀ ਮੇਰਾ ਸੈਸ਼ਨ ਸੀ, ਤਾਂ ਮੈਨੂੰ ਕਹਿੰਦਾ ਬਾਈ ਬਿੱਲ ਰੱਦ ਹੋ ਗਏ। PM ਸਾਹਿਬ ਕਹਿੰਦਾ ਅਨਾਊਂਸਮੈਂਟ ਕਰ ਰਹੇ ਹੈ, TV ਤੇ ਚੱਲ ਰਿਹਾ। ਤਾਂ ਬੜੀ ਖੁਸ਼ੀ ਹੋਈ ਬਾਈ ਸੁਣ ਕੇ, ਹੈ ਨਾ, ਕਿਉਂਕਿ ਇਹਨਾਂ ਚਿਹਰਿਆਂ ਨੂੰ ਹੁਣ ਤਾਂ ਇਕੱਲਾ ਇਕੱਲਾ ਚਿਹਰਾ ਮੇਰੇ ਜਾਣੀ ਚਿੱਤ 'ਚ ਹੈ ਕਿ ਉਹਦਾ ਮਹਾਂਦਰਾ ਇੱਦਾਂ ਦਾ, ਉਹਦਾ ਮਹਾਂਦਰਾ। ਤਬੀਅਤ ਤੋਂ ਗਾਂਹ ਦੀ ਗੱਲ ਹੈ ਜਦੋਂ ਤੁਹਾਡੇ ਮਹਾਂਦਰੇ ਵੀ ਚੇਤੇ ਹੋ ਜਾਂਦੇ। ਤਾਂ ਹੁਣ ਇਹਨਾਂ ਦੀ ਉਦਾਸੀ ਉਦਾਸ ਕਰ ਦਿੰਦੀ ਸੀ, ਤਾਂ ਉਦੋਂ ਹੀ ਇੱਕ ਵਿਜ਼ੂਅਲ ਬਣ ਗਿਆ ਟਿੱਕਰੀ ਬਾਰਡਰ ਦਾ, ਸਿੰਘੂ ਬਾਰਡਰ ਦਾ, ਕਿ ਇਸ ਵੇਲੇ ਲੋਕ ਹੁਣ ਉੱਥੇ ਇੱਦਾਂ ਹੋ ਗਏ ਹੋਣੇ। ਸੋ ਬੜੀ ਖੁਸ਼ੀ ਹੋਈ, ਬਹੁਤ ਚੰਗਾ ਲੱਗਿਆ ਜੀ। ਸੈਟੀਸਫਾਈਡ ਹੋ ਤੁਸੀਂ ਜੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਾਂ ਤੁਹਾਨੂੰ ਲੱਗਦਾ ਐਮਐਸਪੀ ਵਾਲੀ ਗੱਲ ਜਾਂ ਹੋਰ ਗੱਲਾਂ ਨੇ ਜਿਹੜੀਆਂ ਉਹ ਜੇ ਆਉਣੀਆਂ, ਬਾਕੀ ਨੂੰ ਉਹਨਾਂ ਦੀ ਲੜਾਈ ਦੁਬਾਰਾ ਲੜੀ ਜਾਊਗੀ, ਜਾਂ ਇੱਥੋਂ ਹੀ ਦੁਬਾਰਾ ਆਗਾਜ਼ ਸ਼ੁਰੂ ਕਰ ਦੇਣਾ ਚਾਹੀਦਾ? ਨਹੀਂ ਬਾਈ ਨਹੀਂ, ਇਹ ਤਾਂ ਦੇਖੋ ਸ਼ਰਾਰਤੀ ਜਿਹੇ ਬੰਦੇ ਨੇ ਸਾਰੇ, ਤੇ ਮੇਰੇ ਖਿਆਲ 'ਚ ਸਤਰਕ ਰਹਿਣ ਦੀ ਲੋੜ ਹੈ। ਤੇ ਮੈਂ ਤਾਂ ਹੀ ਅੱਜ ਸਟੇਜ 'ਤੇ ਵੀ ਬੋਲ ਰਿਹਾ ਸੀ ਕਿ ਜਿਹੜੇ ਆ 20 ਤਰੀਕ ਤੋਂ ਲੈ ਕੇ 28 ਤੱਕ ਦੇ ਦਿਨ ਆ ਨਾ ਬਾਈ, ਜਿਹੜੇ 29 ਦਾ ਸੈਸ਼ਨ ਹੈ ਨਹੀਂ, 29 30 ਦੇ, ਤਾਂ ਆਹ 28 ਤੱਕ ਸਾਨੂੰ ਬਹੁਤ ਸਿਆਣੇ ਹੋਣ ਦੀ ਲੋੜ ਹੈ। ਬਹੁਤ ਸਿਆਣੇ ਕਹਿ ਲਓ ਜਾਂ ਹੋਰ ਸਿਆਣੇ ਹੋਣ ਦੀ ਲੋੜ ਹੈ। ਆਹ ਹੁਣ ਨੌਜਵਾਨਾਂ ਨੇ ਆਉਣਾ ਇਹਨਾਂ ਦਿਨਾਂ 'ਚ,
ਤੇ ਆ 26 ਵਾਸਤੇ ਵੀ ਮੇਰੇ ਖਿਆਲ 'ਚ ਸਾਰਿਆਂ ਦਾ ਇੱਕ ਅਨਾਉਂਸਮੈਂਟ ਹੋਈ ਵੀ ਹੈ ਕਿ ਸਾਲ ਪੂਰਾ ਹੋਣਾ ਇਸ ਅੰਦੋਲਨ ਦਾ। ਸੋ ਸੁਭਾਵਿਕ ਹੈ ਲੋਕ ਆਉਣਗੇ, ਪਰ ਮੈਂ ਨੌਜਵਾਨ ਭਰਾਵਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਬਹੁਤ ਉੱਚੀ ਆਵਾਜ਼ਾਂ 'ਚ ਇੱਥੇ ਹੁਣ ਡੈਕ ਲਾਉਣ ਦੀ ਲੋੜ ਨਹੀਂ ਹੈ, ਤੇ ਜਿਸ ਦਿਨਾਂ ਦਾ ਦਿਨ 'ਚ ਰਹੋਗੇ ਉੱਦਾਂ ਹੀ ਰਾਤ ਨੂੰ ਰਹਿਣ ਦੀ ਵੀ ਕੋਸ਼ਿਸ਼ ਕਰਿਓ। ਤੇ ਇਸ ਵੇਲੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕੁਛ ਨਹੀਂ ਪਤਾ ਸ਼ਰਾਰਤੀ ਬੰਦਿਆਂ ਦਾ ਕੋਈ ਆ ਕੇ ਇੱਥੇ ਇਹਨਾਂ ਦਿਨਾਂ ਦੇ ਵਿੱਚ ਕੋਈ ਸਾਡੇ ਤੋਂ ਇਹੋ ਜਿਹੀ ਗਲਤੀ ਕਰਵਾ ਦੇਣ ਕਿ ਜਿਵੇਂ ਹੁੰਦਾ ਨਹੀਂ ਫਿਰ ਵੀ ਪਿੰਡ 'ਚ ਵੀ ਕੋਈ ਹੁੰਦਾ ਕਿ ਇੱਕ ਵਾਰੀ ਪੰਚਾਇਤ 'ਚ ਬਹਿ ਕੇ ਰੌਲਾ ਨਿਬੜ ਗਿਆ ਤੇ ਰੌਲੇ ਦੀ ਲਿਖਤ 3-4 ਦਿਨਾਂ ਬਾਅਦ ਲਿਖ ਦਿੰਦੇ ਆ ਵੀ ਉਹਦੇ ਬੈਠ ਕੇ ਨਿਬੇੜ ਦਾਂਗੇ ਭਾਈ, ਹੋ ਗਿਆ। ਉਹ 3-4 ਦਿਨਾਂ ਦੇ ਵਿੱਚ ਹੀ ਸਾਡਾ ਕੋਈ ਹੋਛਾਪਣ ਇਹੋ ਜਿਹਾ ਕੋਈ ਪੁਆਇੰਟ ਸਾਹਮਣੇ ਆ ਕੇ ਖੜਦਾ, ਅਗਲਾ ਸਿੱਧਾ ਹੀ ਕਹਿੰਦਾ ਕਰਾ ਲਓ ਫਿਰ ਯਾਰ, ਕਿਤੇ ਉਹ ਨਾ ਵਾਪਰ ਜੇ ਸਾਡੇ ਨਾਲ, ਕਿਤੇ ਅਸੀਂ ਉਹ ਨਾ ਮੌਕਾ ਦੇ ਦਈਏ। ਸੋ ਇਸ ਚੀਜ਼ 'ਚ ਸਾਨੂੰ ਬਹੁਤ ਜਾਣੀ ਸਿੰਸੀਅਰ ਹੋਣ ਦੀ ਲੋੜ ਹੈ, ਸਿਆਣੇ ਬਣ ਕੇ ਕੱਢ ਲਈਏ। ਤੇ ਬਾਕੀ ਇਹ ਆ ਬਾਈ, ਜਿੱਥੋਂ ਤੱਕ ਤੁਹਾਡੀ ਪ੍ਰਾਪਤੀ ਦਾ ਸਵਾਲ ਹੈ, ਮੈਨੂੰ ਲੱਗਦਾ ਇਹ ਸ਼ੁਰੂਆਤ ਹੈ ਔਰ ਬਹੁਤ ਕਮਾਲ ਦੀ ਸ਼ੁਰੂਆਤ ਆ ਆਪਣੀ ਪੀੜ੍ਹੀ ਲਈ, ਕਿਉਂਕਿ ਆਪਾਂ ਹਮ ਉਮਰ ਹੀ ਹਾਂ ਤੇ ਸਾਡੀ ਉਮਰ ਦੇ ਵਿੱਚ ਲਾ ਲਓ ਕਿ ਆਪਾਂ ਪਹਿਲੀ ਵਾਰੀ ਆਏ ਜੇ ਕਿਤਾਬਾਂ 'ਚ ਪੜ੍ਹਿਆ ਸੀ, ਬਜ਼ੁਰਗਾਂ ਤੋਂ ਸੁਣਿਆ ਸੀ, ਚੜ੍ਹਦੀ ਕਲਾ ਦੀਆਂ ਗੱਲਾਂ ਸੁਣੀਆਂ ਸੀ, ਜਿੱਤਾਂ ਦੇ ਵਰਤਾਂਤ ਸੁਣੇ ਸੀ ਪੁਰਾਣੇ, ਪਰ ਇਸ ਵੇਲੇ ਹੁਣ ਵਾਪਰਦਾ ਸੁਣ ਲਿਆ। ਤੇ ਉਹ ਵਾਪਰਦਾ ਕਿਵੇਂ, ਕਿਹੜੀਆਂ ਚੀਜ਼ਾਂ ਨੇ ਕੋਲੈਬੋਰੇਟ ਕੀਤਾ, ਉਹ ਸਾਰੀਆਂ ਆਪਾਂ ਦੇਖ ਲਈਆਂ। ਮੈਨੂੰ ਲੱਗਦਾ ਕਿ ਸ਼ੁਰੂਆਤ ਹੈ, ਔਰ ਸ਼ੁਰੂਆਤ ਦੇ ਵਿੱਚ ਹੀ ਇੱਕ ਬਹੁਤ ਸੋਹਣੀ ਕਿਤਾਬ ਅਸੀਂ 1 ਸਾਲ 'ਚ ਪੜ੍ਹੀ ਹੈ, ਔਰ ਜਿਹਨੇ ਵੀ ਪੜ੍ਹੀ ਹੈ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਦੋਂ ਅਸੀਂ ਆਪਦੇ ਪਿੰਡ ਜਾਵਾਂਗੇ, ਉੱਥੋਂ ਦਾ ਸਮਾਜਿਕ, ਰਾਜਨੀਤਿਕ, ਧਾਰਮਿਕ, ਜੇ ਅਸੀਂ ਜੰਗ ਲੜਨੀ ਚਾਹੁੰਦੇ ਹਾਂ, ਜੇ ਇੱਛਕ ਹੈਗੇ ਆ, ਜੇ ਲੱਗਦਾ ਜੇ ਸਾਨੂੰ ਇਹਨੇ ਹਿੰਮਤ ਦਿੱਤੀ ਆ, ਇੱਕ ਸਾਲ ਨੇ ਸਾਨੂੰ ਕੁਝ ਦਿੱਤਾ ਹੈ, ਤਾਂ ਫਿਰ ਲੱਗਦਾ ਕਿ ਇਹ ਸ਼ੁਰੂਆਤ ਬਹੁਤ ਸੋਹਣੀ ਆ ਤੇ ਇਹਦੇ 'ਚੋਂ ਸਾਰਾ ਫਾਰਮੈਟ ਲੈ ਕੇ ਅਸੀਂ ਆਪਦੀਆਂ ਲੜਾਈਆਂ ਲੜ ਸਕਦੇ ਹਾਂ ਜੀ। ਜਿਵੇਂ ਉਦੋਂ ਗਾਣੇ ਸ਼ੁਰੂ ਕੀਤੇ ਸੀ, ਹੁਣ ਫਤਿਹ ਵਾਲਾ ਵੀ ਕੋਈ ਮੋਰਚਾ ਫਤਿਹ ਹੋਣ ਦਾ ਗਾਣਾ ਵੀ ਤੁਹਾਡੇ ਧਿਆਨ 'ਚ ਹੈਗਾ? ਜਿਵੇਂ ਉਹ ਐਂਥਮ ਮੈਂ ਜਸ ਬਾਜਵਾ ਹੋਰਾਂ ਤੋਂ ਪੁੱਛ ਰਿਹਾ ਸੀ, ਉਹ ਕਹਿੰਦੇ ਅਸੀਂ ਤਾਂ 2 ਗਾਤੇ, ਹੁਣ ਤੀਜਾ ਵੀ ਗਾਵਾਂਗੇ। ਤੁਸੀਂ ਵੀ ਕੋਈ, ਤੁਹਾਡੇ ਲਗਾਤਾਰ ਗਾਣੇ ਆਏ, ਹੁਣ ਵੀ ਕੋਈ ਇਸ ਤਰ੍ਹਾਂ ਦਾ ਗਾਣਾ ਲੈ ਕੇ ਆ ਰਹੇ ਹੋ? ਕੁਛ ਐਦਾਂ ਤਾਂ ਨਹੀਂ ਬਾਈ ਹਨਾ, ਕਿਉਂਕਿ ਮੇਰਾ ਨਾਗਾ ਤਾਂ ਪਿਆ ਹੀ ਨਹੀਂ, ਮੈਨੂੰ ਲੱਗਦਾ ਮਹੀਨੇ 'ਚ 1-2 ਗੀਤ, ਸਾਲ ਹੋ ਗਿਆ 20-25 ਗੀਤ ਆ ਗਏ ਹੋਣੇ। ਤੇ ਪਰ ਹਾਂ ਇੱਕ ਜ਼ਰੂਰ, ਅੱਜ ਹਰਫ ਨੂੰ ਮੈਂ ਮਿਸ ਕਰ ਰਿਹਾ ਯਾਰ, ਮੈਂ ਚਾਹੁੰਦਾ ਸੀ ਤੁਹਾਡੇ ਪਰਲੇ ਪਾਸੇ ਹਰਫ ਬੈਠਾ ਹੁੰਦਾ, ਤੇ ਉਹ ਹੁਣ ਯੂਰਪ ਹੈ। ਤੇ ਉਹ ਕੱਲ ਹੀ ਗੱਲ ਹੋਈ ਹੈ ਮੇਰੀ ਉਹਦੇ ਨਾਲ, ਕੱਲ ਦਿੱਲੀ ਆਉਂਦਿਆਂ ਨੂੰ, ਤਾਂ ਉਹ ਇੱਕ ਗੀਤ ਲਿਖ ਰਿਹਾ, ਇੱਕ ਉਹਦੇ ਗੀਤ ਦੇ ਇੱਕ ਬੋਲ ਸੁਣਾਵਾਂ ਤੁਹਾਨੂੰ ਮੈਂ, ਹਨਾ। ਉਹ ਅਸੀਂ ਕਈ ਮਹੀਨੇ ਪਹਿਲਾਂ ਕਹਿੰਦਾ ਸੀ, ਕਹਿੰਦਾ ਬਾਈ, ਕਹਿੰਦਾ ਯਾਰ ਜਦੋਂ ਪੰਜਾਬ ਚੱਲਾਂਗੇ ਨਾ, ਮੁੜਾਂਗੇ ਜਦੋਂ ਪੰਜਾਬ ਨੂੰ, ਕਹਿੰਦਾ ਯਾਰ ਇੱਕ ਗੀਤ ਜ਼ਰੂਰ ਕਹਿਣਾ ਆਪਾਂ ਵੀ ਆਹ ਚੀਜ਼ਾਂ ਜ਼ਰੂਰ ਧਿਆਨ 'ਚ ਰੱਖਿਓ, ਕਿਉਂਕਿ ਇੱਥੇ ਫੀਲਿੰਗਸ ਨੇ ਬਾਈ, ਹਨਾ, ਹਰ ਰੋਜ਼ ਇੱਕ ਨਵੀਂ ਫੀਲਿੰਗ ਸੀ। ਤੇ ਉਹਦੇ 'ਚ ਉਹਨੇ ਇੱਕ ਪੈਰਾ ਮੇਰੇ ਚੇਤੇ ਹੈ ਕਿ ਹੋ ਕਿੰਨੇ ਗੇੜੇ ਵੱਜਦੇ ਸੀ ਨਾਲ ਵਾਲੇ ਟੈਂਟ 'ਚ, ਕਿੰਨੇ ਦਿਨ ਕੱਢਦੇ ਸੀ ਉਹ ਇੱਕੋ ਮੈਲੀ ਪੈਂਟ 'ਚ, ਟਰਾਲੀ ਦੀ ਰਸੋਈ ਬਣੀ ਉਹ ਬੇਬੇ ਬਾਪੂ ਨਾਲ ਸੀ, ਉਹ ਕਿੰਨੀ ਵਾਰੀ ਮੀਂਹ ਦੇ ਵਿੱਚ ਓਏ ਭਿੱਜੀ ਤਰਪਾਲ ਸੀ, ਰੂਹ ਦੇ ਵਿੱਚ ਯਾਦਾਂ ਦਾ ਉਹ ਸਵਾਦ ਰੱਖਿਓ, ਭੁੱਲ ਜਾਇਓ ਨਾ ਪੰਜਾਬੀਓ, ਉਹ ਕੱਲੀ ਗੱਲ ਤੁਸੀਂ ਉਹ ਯਾਦ ਰੱਖਿਓ, ਉਹ ਭੁੱਲ ਜਾਇਓ ਨਾ ਪੰਜਾਬੀਓ। ਸੋ ਇਹਦੇ 'ਚ ਮੇਰੇ ਖਿਆਲ 'ਚ ਸਾਰਾ ਇੱਥੋਂ ਦਾ ਐਕਸਪੀਰੀਅੰਸ ਜਿਹੜਾ ਜੋ ਸਾਡੇ ਨਾਲ ਬੀਤੀਆਂ, ਹਨਾ, ਜੋ ਸਾਡੇ ਨਾਲ ਖੜੇ, ਜੋ ਸਾਡੇ ਨਾਲ ਨਹੀਂ ਖੜੇ, ਹਨਾ, ਜਿਨ੍ਹਾਂ ਤੋਂ ਸਾਨੂੰ ਆਸ ਸੀ ਬੇਆਸ ਕਰਕੇ ਤੁਰ ਗਏ, ਜਿਨ੍ਹਾਂ ਤੋਂ ਨਹੀਂ ਸੀ ਉਹ ਆ ਕੇ ਨਾਲ ਖੜ ਗਏ, ਹਨਾ। ਇੱਥੋਂ ਦੀ ਰੋਜ਼ਮਰਾ ਦੀ ਜ਼ਿੰਦਗੀ 'ਚ ਸਾਡਾ ਕੀ ਸੁਬਾਹ ਅੱਖਾਂ ਖੁੱਲ੍ਹਣ ਤੋਂ ਲੈ ਕੇ ਬੰਦ ਹੋਣ ਤੱਕ ਕਿੱਦਾਂ ਲੰਘਦਾ ਸੀ, ਹਨਾ। ਸਾਡੇ ਲੰਗਰ ਪ੍ਰਸ਼ਾਦੇ, ਸਾਡੇ ਤੰਬੂ, ਬਾਰਿਸ਼ਾਂ ਦਾ ਆਉਣਾ, ਤਰਪਾਲ ਚੋਣੀ, ਕਦੇ ਤੰਬੂ ਪੱਟਿਆ ਜਾਣਾ, ਫੇਰ ਲਾਉਣਾ, ਬਾਲਟੀਆਂ ਪਰ ਪਾਣੀ ਕੱਢਣਾ, ਗਰਮੀ ਲੱਗਣੀ, ਕਦੇ ਠੰਡ ਬਹੁਤ ਲੱਗਣੀ। ਸੋ ਉਹ ਸਾਰੇ ਐਕਸਪੀਰੀਅੰਸ ਮੇਰੇ ਖਿਆਲ 'ਚ, ਉਹ ਸਾਰੀ ਜਰਨੀ ਇਸ ਗੀਤ ਦੇ ਰਾਹੀਂ ਮੇਰੇ ਖਿਆਲ 'ਚ ਹਰਫ ਨੇ ਲਿਖਣੀ ਹੈ, ਤੇ ਜ਼ਰੂਰ ਗਾਵਾਂਗੇ ਬਾਈ। ਇਸ ਤਰ੍ਹਾਂ ਦੀ ਗੱਲ ਲੱਗੀ ਪੂਰੇ ਅੰਦੋਲਨ ਦੇ ਦੌਰਾਨ, ਜਦੋਂ ਹੁਣ ਤਾਂ ਇੱਕ ਤਰ੍ਹਾਂ ਦਾ ਜਿੱਤ ਦਾ ਮੁਕਾਮ ਪੂਰਾ ਹੋ ਚੁੱਕਿਆ ਗਾ, ਕਿ ਯਾਰ ਜੇ ਐਂ ਕਰਦੇ ਆਹ ਹੋ ਗਿਆ, ਆਹ ਚੀਜ਼ਾਂ ਹੋਰ ਬਿਹਤਰ ਹੋਣੀਆਂ ਚਾਹੀਦੀਆਂ ਸੀ, ਕਿਸੇ ਗੱਲ ਦਾ ਕੋਈ ਦੁੱਖ ਹੋਵੇ ਕਿ ਯਾਰ ਐਂ ਨਾ ਹੁੰਦਾ, ਜਾਂ ਕਿਸੇ ਗੱਲ ਦਾ ਕੋਈ ਐਂ ਹੋਵੇ ਕਿ ਜੇ ਆਹ ਨਾ ਵਾਪਰਦੀਆਂ, ਕਿਸੇ ਵੀ ਪੱਖ ਤੋਂ ਵਾਪਰੀਆਂ ਹੋਣ, ਤੁਹਾਡੀਆਂ ਨਹੀਂ ਕੋਈ ਹੋਰ ਵਾਪਰੀਆਂ ਹੋਣ, ਤੁਹਾਡੇ ਲਈ ਵਾਪਰ ਗਈਆਂ ਹੋਣ, ਕਿਉਂਕਿ ਕੋਈ ਬੰਦਾ ਨਹੀਂ ਮਿਲਦਾ ਬਚਾ ਟਰੋਲ ਨਾ ਹੋਇਆ ਹੋਵੇ। ਪਰ ਮੈਂ ਤੁਸੀਂ ਤੁਹਾਡੀ ਮੇਰੇ ਤੇ ਨਿਗਾਹ ਹੋਣੀ ਹੈ, ਮੇਰੇ ਤੇ ਹਰਫ ਤੇ, ਸਾਨੂੰ ਮਹਾਰਾਜ ਨੇ ਬੜਾ ਬਚਾ ਕੇ ਰੱਖਿਆ। ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਇਹ ਲੜਾਈਆਂ ਜਿਹੜੀਆਂ ਕੋਲਿਆਂ ਦੀ ਦਲਾਲੀ ਆ, ਮੂੰਹ ਕਾਲਾ ਹੋਣਾ ਹੀ ਹੋਣਾ, ਪਰ ਸਾਨੂੰ ਮਹਾਰਾਜ ਨੇ ਬੜਾ ਬਚਾ ਕੇ ਰੱਖਿਆ। ਤੇ ਉਹਦੇ 'ਚ ਪਤਾ ਨਹੀਂ ਹੋਣੇ ਸਾਨੂੰ ਕਿੱਥੇ ਕਿਵੇਂ ਜੇ ਕਿੱਥੇ ਕੀ ਬਣਾ ਕੇ ਪੇਸ਼ ਕੀਤਾ,
ਬਸ ਬਸ਼ਰਤੇ ਇੱਕ ਚੀਜ਼ ਦਾ ਸਾਨੂੰ ਪਤਾ ਹੁੰਦਾ ਸੀ, ਜਦੋਂ ਵੀ ਅਸੀਂ ਆਪਦਾ ਪਿੰਡੋਂ ਬਹਿ ਕੇ ਕਾਰ 'ਚ ਇੱਥੇ ਆਉਂਦੇ ਸੀ ਜਾਂ ਪੰਜਾਬ 'ਚ ਵੀ ਜਾਂਦੇ ਸੀ ਕੰਪੇਨ 'ਚ, ਸਾਨੂੰ ਇੰਨਾ ਜ਼ਰੂਰ ਪਤਾ ਸੀ ਸਾਡਾ ਕੋਈ ਸਵਾਰਥ ਨਹੀਂ ਹੈ। ਸਾਨੂੰ ਇੰਨਾ ਜ਼ਰੂਰ ਪਤਾ ਸੀ ਕਿ ਜਿਹੜੇ ਸਾਡੇ ਬੈਠੇ ਆ, ਆਹ ਮੇਰੇ ਦਾਦੇ ਆ ਹਨਾ, ਪ੍ਰਤਾਪ ਸਿੰਘ ਵਰਗੇ ਹੀ ਹੈ, ਆਹ ਮੇਰੀਆਂ ਦਾਦੀਆਂ ਨੇ, ਆਹ ਮੇਰੀਆਂ ਮਾਵਾਂ ਨੇ, ਆਹ ਮੇਰੀਆਂ ਭੈਣਾਂ ਨੇ, ਤੇ ਆਹ ਮੇਰੇ ਭਰਾ ਨੇ ਸਾਰੇ। ਠੀਕ ਆ, ਉਹ ਵੱਖਰੀ ਗੱਲ, ਅਸੀਂ ਇੱਕ ਕੁੱਖ 'ਚੋਂ ਨਹੀਂ ਆਏ ਹੋਏ, ਪਰ ਇਹ ਸਕਿਆਂ ਨਾਲੋਂ ਘੱਟ ਨਹੀਂ ਹੈਗੇ। ਸੋ ਉਹ ਭਾਵਨਾ ਜ਼ਰੂਰ ਸੀ। ਹੌਲੀ ਹੌਲੀ ਜਦੋਂ ਇੱਥੇ ਆ ਗਏ, ਜਦੋਂ ਬਾਹਰਲੇ ਮੁਲਕਾਂ 'ਚ ਸਾਡੇ ਪ੍ਰਵਾਸੀ ਪਰਿਵਾਰਾਂ ਨੇ ਜਦੋਂ ਐਡੇ ਵੱਡੇ ਲੈਵਲ ਤੇ ਇੱਕ ਕੋਲੈਬੋਰੇਸ਼ਨ ਦਿੱਤੀ, ਸਾਨੂੰ ਇੰਨਾ ਪੈਸਾ ਭੇਜਿਆ ਇੱਥੇ ਹਨਾ, ਤਾਂ ਸਾਰੇ ਪ੍ਰਬੰਧਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਉਹ ਇੱਕ ਫੀਲਿੰਗ ਹੀ ਇਹੋ ਜਿਹੀ ਬਣ ਗਈ ਸੀ ਕਿ ਜੇ ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ ਸੀ ਤਾਂ ਵੱਡੀਆਂ ਘਟਨਾਵਾਂ ਆ ਕੇ ਸਾਨੂੰ ਸੁੱਖ ਦਿੰਦੀਆਂ ਸੀ ਕਿ ਨਹੀਂ ਯਾਰ, ਕਿ ਇੱਕ ਬਹੁਤ ਵੱਡਾ ਕਾਫਲਾ ਹੈ, ਇੱਕ ਬਹੁਤ ਵੱਡਾ ਟੱਬਰ ਹੈ ਸਾਡਾ ਹਨਾ, ਕਿ ਜਿਹੜੇ ਅਸੀਂ ਰਲ ਕੇ ਲੜਾਈ ਲੜ ਰਹੇ ਹਾਂ। ਤੇ ਬਾਕੀ ਸੰਗੀਤ ਬਾਈ ਤੁਹਾਨੂੰ ਵੈਸੇ ਹੀ ਚੈਨ 'ਚ ਰੱਖਦਾ ਹੈ ਹਨਾ। ਇਹ ਦੁੱਖ ਸੁੱਖ 'ਚ ਵੀ ਜਿਵੇਂ ਕਹਿੰਦੇ ਆ ਨਾ ਕਿ ਕੋਈ ਮਰ ਗਿਆ, ਭਾਵੇਂ ਕੋਈ ਖੁਸ਼ੀ ਹੈ, ਤੇ ਬਾਬੇ ਤਾਂ ਸੰਗੀਤ ਨਾਲ ਗੁੰਨ ਕੇ ਆਨੰਦ ਸਾਹਿਬ ਹੀ ਪੜ੍ਹਦੇ ਆ। ਸੋ ਮੈਨੂੰ ਲੱਗਦਾ ਕਿ ਇਸ ਚੀਜ਼ ਨੇ ਬਹੁਤ ਸਟੇਬਲ ਕਰਕੇ ਰੱਖਿਆ ਆਰਟਿਸਟ ਬੰਦਾ ਵੈਸੇ ਵੀ। ਬਾਕੀ ਬਰੀਕੀ 'ਚ ਜਾਈਏ, ਸਬ ਟੈਕਸਟ 'ਚ ਵੜ ਜਾਈਏ ਤਾਂ ਫਿਰ ਤਾਂ ਬਹੁਤ ਕੁਛ ਹੈ ਫਰੋਲਣ ਨੂੰ, ਫਿਰ ਤਾਂ ਰਾਤ ਪੈ ਜਾਊਗੀ। ਹਾਂ ਬਿਲਕੁਲ ਬਿਲਕੁਲ ਬਾਈ, ਪਰ ਜੇ ਦੇਖੀਏ ਕਿ ਇੱਕ ਆਲ ਓਵਰ ਸਟਰਕਚਰ ਤੇ ਨਿਗਾਹ ਮਾਰੀਏ ਤਾਂ ਇੰਨਾ ਕੁ ਹੋਣਾ ਵੀ ਬਣਦਾ ਸੀ, ਔਰ ਇਹ ਮੇਰੇ ਖਿਆਲ 'ਚ ਪਾਰਟ ਵੀ ਹੈ ਕਿਸੇ ਲੜਾਈ ਦਾ। ਐਡੀ ਵਰਲਡ ਲੈਵਲ ਦੀ ਲੜਾਈ ਹੈ ਬਾਈ ਹਨਾ, ਤੁਸੀਂ ਸਾਥੋਂ ਵੱਧ ਜਾਣਦੇ ਹੋ, ਵੱਧ ਪੜ੍ਹੇ ਹੋ ਸਾਥੋਂ ਕਿ ਇਹ ਅੰਦੋਲਨ ਕੀ ਹੈ ਹਨਾ। ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਤਾਬਾਂ ਦੇ ਵਿੱਚ ਅੰਦੋਲਨ, ਗਾਂਹ ਵਾਲੀ ਪੀੜ੍ਹੀ ਇਸ ਅੰਦੋਲਨ ਨੂੰ ਪੜ੍ਹੂਗੀ, ਉਹਨਾਂ ਦੇ ਕੀ ਹਾਵ ਭਾਵ ਹੋਣਗੇ ਵੀ ਹੈ ਐਦਾਂ ਐਦਾਂ। ਤਾਂ ਸੋ ਲੱਗਦਾ ਕਿ ਇੰਨੀਆਂ ਕੁ ਵਾਜਬ ਸੀ, ਪਰ ਫਿਰ ਵੀ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਕਿ ਬਹੁਤ ਅੱਖੋਂ ਪਰੋਖੇ ਕਰਤੀਆਂ ਉਹਨੇ, ਲੁਕੋਲੀਆਂ ਸਾਡੀਆਂ। ਤੁਹਾਡੇ 26 ਨੂੰ ਆਏ ਜਦੋਂ ਆਹ ਸਟੇਜ ਤਾਂ ਬਹੁਤ ਬਾਅਦ ਚੋਂ ਲੱਗੀ ਹੈ, ਇੱਥੇ ਇੱਕ ਟਰਾਲੀ ਲੱਗੀ ਸੀ, ਇੱਥੇ ਸਾਰੇ ਇੱਥੇ ਇਕੱਠੇ ਹੋਏ 26 ਤਰੀਕ ਨੂੰ ਇੱਥੇ, ਔਰ ਜਿਹੜੇ ਅੱਗੇ ਚਲੇ ਗਏ ਸੀਗੇ ਉਹਨਾਂ ਨੂੰ ਇੱਥੇ ਅਪੀਲ ਕੀਤੀ ਭਾਈ ਉੱਥੇ ਦਿੱਲੀ ਨਾ ਰਹੋ, ਦਿੱਲੀ 'ਚੋਂ ਤਾਂ ਔਖਾ ਹੋ ਜੂ ਰਹਿਣਾ, ਇੱਥੇ ਆ ਜਾਓ ਸਾਰੇ। ਬਹੁਤ ਸਾਰੇ ਲੀਡਰ ਵੀ ਚਲੇ ਗਏ ਸੀ ਆਪਣੇ। ਬੜੀ ਜਾਨ ਲੱਗਦੀ ਸੀ ਬਾਈ, ਮੇਰੇ ਯਾਦ ਆ ਪਹਿਲੋਂ ਵਾਲਾ ਮਾਈਕ ਸੀ, ਭੋਗਾਂ ਵਾਲਾ ਮਾਈਕ, ਤੇ ਇਕੱਠ ਵਾਲਾ ਸੀ ਉੱਥੇ, ਉਹ ਛੋਟੇ ਟਰਾਲੀ ਹੁੰਦੀ ਸੀ। ਪਹਿਲਾਂ ਤਾਂ ਤਖਤ ਪੋਸ ਹੀ ਸੀ, ਪਹਿਲਾਂ ਤਖਤ ਪੋਸ ਹੀ ਸੀ, ਤਾਂ ਤਖਤ ਪੋਸ ਤੇ ਖੜ ਕੇ ਜਦੋਂ ਇੰਨੇ ਲੋਕਾਂ ਨੂੰ ਸੁਣਾਉਣਾ, ਪਰ ਉਸ ਵੇਲੇ ਬਸ ਇਹ ਸੀ ਕਿ ਇੱਕ ਅੰਦਰ ਸੀ ਜਨੂਨ ਜਾਂ ਇੱਕ ਜੋਸ਼ ਸੀ ਜਿਹੜਾ ਉਹ 2-2.5 ਮਹੀਨਿਆਂ ਦੀ ਤਿਆਰੀ ਹੋ ਕੇ ਆਈ ਸੀ ਨਾ ਪੰਜਾਬ ਦੇ ਵਿੱਚੋਂ, ਉਹ ਮੈਨੂੰ ਲੱਗਦਾ ਲਿਆ ਕੇ ਉਹ ਤਖਤ ਪੋਸਾਂ ਤੇ ਡੋਲਤੀ ਸਾਰੇ ਕਲਾਕਾਰਾਂ ਨੇ। ਸੋ ਪਰ ਵਧਦਿਆਂ ਹੌਲੀ ਹੌਲੀ ਤਾਂ ਫਿਰ ਤੁਸੀਂ ਦੇਖ ਲਓ ਸਭ ਕੁ ਮਤਲਬ ਪੰਜਾਬ ਨੇ ਵੀ ਸਿੱਖਿਆ ਹੋਊ ਜਾਂ ਸਭ ਨੇ ਕਿ ਜਿਹੜੀ ਤਿਆਰੀ ਹੁੰਦੀ ਹੈ ਉਹ ਕਿੰਨੀ ਹੈ ਨਾ। ਮਤਲਬ ਤੁਸੀਂ ਸਭ ਤੋਂ ਜ਼ਿਆਦਾ ਪੂਰੇ ਪੰਜਾਬ 'ਚ ਘੁੰਮੇ, ਮੇਰੇ ਯਾਦ ਆ ਪੂਰੀ ਇੱਕ ਟੀਮ ਹੁੰਦੀ ਸੀ ਜਿਹੜੀ ਪੰਜਾਬ ਦੇ ਹਰ ਹਿੱਸੇ ਜਾ ਰਹੀ ਸੀ, ਉਹ ਤਿਆਰੀ ਦਾ ਵੀ ਕਸਰ ਸੀਗਾ। ਹਾਲਾਂਕਿ ਮੈਨੂੰ ਇਹ ਲੱਗਦਾ ਕਈ ਬੰਦਿਆਂ ਨੇ ਟਿੱਪਣੀ ਕੀਤੀ ਹੈ ਕਿ ਸਭ ਤੋਂ ਪਲੈਨਡ ਗੱਲ ਸਭ ਤੋਂ ਅਨਪਲੈਨਡ ਹੋਈ ਹੈ, ਯਾਨੀ ਬਹੁਤ ਉਰੇ ਪਲੈਨਿੰਗ ਤਾਂ ਨਹੀਂ ਸੀ ਇੱਥੇ ਬੈਠਣਾ ਹੈਗਾ, ਐਡਾ ਵੱਡਾ ਅੰਦੋਲਨ ਹੋ ਜੂ ਇਹ ਵੀ ਕਿਸੇ ਦੀ ਪਲੈਨਿੰਗ ਨਹੀਂ ਸੀਗੀ। ਉਹ ਸਾਰੇ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਉੱਥੋਂ ਵਾਲਾ ਸੀਗਾ ਕਿ ਉਹਦਾ ਵੀ ਅਸਰ ਸੀ? ਦੇਖੋ ਆਰਟਿਸਟ ਨੇ ਜਦੋਂ ਘਰੇ ਬਹਿ ਕੇ ਸਾਜ਼ੀਆਂ ਨਾਲ ਰਿਹਰਸਲ ਕਰ ਲਈ ਨਾ ਬਾਈ, ਤੜਕੇ ਉੱਠ ਕੇ ਤਾਨਪੁਰੇ ਤੇ ਸਾਹ ਲਾ ਲਿਆ, ਫਿਰ ਭਾਵੇਂ ਹੁਣ ਉੱਤਰ 'ਚ ਗਵਾ ਲਓ, ਭਾਵੇਂ ਦੱਖਣ 'ਚ ਗਵਾ ਲਓ, ਪੂਰਬ ਪੱਛਮ ਜਿੱਥੇ ਮਰਜ਼ੀ ਗਵਾ ਲਓ, ਭਾਵੇਂ 16ਵੀਂ ਮੰਜ਼ਲ ਤੇ ਗਵਾ ਲਓ, ਭਾਵੇਂ ਬੇਸਮੈਂਟ 'ਚ ਗਵਾ ਲਓ, ਫਿਰ ਤਾਂ ਉਹ ਤਿਆਰ ਬਰ ਤਿਆਰ ਹੈ। ਬਸ ਠੀਕ ਹੈ, ਉਸ ਮਾਹੌਲ ਨੂੰ, ਉਸ ਦਿਸ਼ਾ ਨੂੰ ਤੇ ਉਹਦੀ ਦਸ਼ਾ ਨੂੰ ਸਮਝਣ 'ਚ ਥੋੜਾ ਟਾਈਮ ਜ਼ਰੂਰ ਲੱਗਦਾ, ਪਰ ਉਹਨੂੰ ਉਹਦੇ 'ਚ ਢਲ ਜਾਂਦਾ। ਸੋ ਇਸੇ ਤਰ੍ਹਾਂ ਇੱਥੇ ਸੀ, ਜਿੰਨੀ ਮਿਹਨਤ, ਜਿੰਨੀ ਬਰਕਤ, ਜਿੰਨੀ ਇਮਾਨਦਾਰੀ ਹਨਾ, ਜਿੰਨਾ ਜਜ਼ਬਾ ਲੈ ਕੇ ਆਏ ਸੀ ਆਪਾਂ ਇੱਥੇ। ਠੀਕ ਹੈ, ਜਗ੍ਹਾਵਾਂ ਦਾ ਜ਼ਰੂਰ ਕਨਫਿਊਜ਼ ਹੋਏ ਆਪਾਂ ਆ ਕੇ, ਬਰਾੜੀ ਵੱਲ ਲੰਘ ਗਏ, ਕੁਛ ਇੱਥੇ ਰਹਿ ਗਏ, ਕੋਈ ਪਿੱਛੇ ਸੀ। ਸੋ ਪਰ ਲੱਗਦਾ ਕਿ ਉਹ 2-3 ਦਿਨਾਂ ਦੇ ਵਿੱਚ ਸਾਰੀ ਉਹ ਸੈਟਲਮੈਂਟ ਹੋ ਗਈ ਸੀ, ਆਪਾਂ ਢਲ ਗਏ ਸੀ ਉਸੇ ਮਾਹੌਲ 'ਚ। ਸਭ ਤੋਂ ਇਹੋ ਜਿਹਾ ਪਲ ਤੁਹਾਨੂੰ ਕਿਹੜਾ ਲੱਗਿਆ ਕਿ ਯਾਰ ਜਿਹਨੇ ਉਦਾਸ ਕੀਤਾ ਹੋਵੇ, ਨਿਰਾਸ਼ ਕੀਤਾ ਹੋਵੇ, ਇਹੋ ਜਿਹਾ ਪਲ ਪੂਰੇ ਅੰਦੋਲਨ 'ਚ ਕੋਈ ਯਾਦ ਆ ਤੁਹਾਨੂੰ? ਇਮਾਨਦਾਰੀ ਨਾਲ ਕਹਾਂ ਬਾਈ, ਮੈਂ ਉਦਾਸ ਨਹੀਂ ਹੋਇਆ ਸੱਚੀ ਇੱਦਾਂ। ਠੀਕ ਹੈ, ਥੋੜੇ ਬਹੁਤੇ ਉਦਾਸੀ ਦੇ ਆਲਮ ਜ਼ਰੂਰ ਆਏ ਹੋਣਗੇ, ਪਰ ਉਹ ਡਿਸਕਸ ਕਰਨ ਵਾਲੇ ਨਹੀਂ ਹੈਗੇ ਕਿ ਜਿੱਦਾਂ ਇਦਾਂ ਜਮਾ ਹੀ 26 ਵਾਲੀ ਘਟਨਾ ਵਾਲੇ ਦਿਨ ਮੈਂ ਦੇਖ ਰਿਹਾ ਸੀਗਾ ਕਿੰਨਾ ਉਰੇ ਮਾਹੌਲ ਇੱਥੇ ਤੇ ਉਹ ਹੋ ਗਿਆ ਸੀ ਨਾ। ਉਦੋਂ ਬਾਅਦ ਤੁਸੀਂ ਉਰੇ ਮਾਰਚ ਕੀਤਾ, ਸਾਡੇ ਯਾਦ ਆ ਹਨਾ, ਚੜ੍ਹਦੀ ਕਲਾ 'ਚ ਬੜਾ ਤੁਸੀਂ ਮਾਰਚ ਕੀਤਾ, ਤੇ ਲੋਕ ਫਿਰ ਉੱਠ ਕੇ ਉਧਰੋਂ ਟਕੈਤ ਸਾਹਿਬ ਦੇ ਅਥਰੂ ਸਾਰਾ ਪੰਜਾਬ, ਹਰਿਆਣਾ, ਯੂਪੀ ਉੱਠ ਕੇ ਆ ਗਏ। ਅਸੀਂ 26 ਦੀ ਰਾਤ ਨੂੰ ਵੀ ਨਹੀਂ ਸੁੱਤੇ ਬਾਈ। ਇਹ ਨਹੀਂ ਹੈ ਕਿ ਕੋਈ ਚਿੰਤਾ 'ਚ ਨੀਂਦ ਨਹੀਂ ਆਈ, ਬਸ ਇਦਾਂ ਸੀ ਕਿ ਯਾਰ ਕਿ ਕਰਨਾ ਯਾਰ ਹਨਾ, ਕਿ ਕੋਈ ਗੱਲ ਨਹੀਂ ਯਾਰ, ਇਹ ਪਾਰਟ ਆਫ ਅੰਦੋਲਨ ਸੀ। ਤਾਂ ਅਸੀਂ ਸਾਫ਼ ਨੀਤਾਂ ਲੈ ਕੇ ਤੜਕੇ 26 ਨੂੰ ਘਰੋਂ ਨਿਕਲੇ ਸੀ। ਠੀਕ ਹੈ, ਕੁਦਰਤ ਦੇ ਰੰਗ ਹੈ, ਜਿੱਥੇ ਜੋ ਵੀ ਵਾਪਰਿਆ ਤਾਂ ਮੁਬਾਰਕ ਆਓ, ਪਰ ਅਸੀਂ 27 ਨੂੰ ਤੁਹਾਡੇ ਸਾਹਮਣੇ ਸੀ, ਅਸੀਂ ਚੜ੍ਹ ਗਏ ਸੀ ਜੀਪਾਂ ਤੇ ਲੈ ਕੇ ਆਪਦੇ ਮਾਈਕ ਤੇ, ਜਿੰਨਾ ਕਰ ਸਕਦੇ ਸੀ ਕਰਿਆ, ਤੇ ਬਾਕੀ ਮਹਾਰਾਜ ਹੱਥ ਸੀ, ਉਹ ਸਾਰੀਆਂ ਚੀਜ਼ਾਂ ਸੰਭਲੀਆਂ ਫਿਰ ਉਵੇਂ। ਤੇ ਬਾਕੀ ਤੁਹਾਡੇ ਵਰਗੇ ਭਰਾਵਾਂ ਨੇ, ਤੁਹਾਡਾ ਕੰਟਰੀਬਿਊਟ ਮੇਰੇ ਯਾਦ ਆ ਉਹਨਾਂ ਦਿਨਾਂ ਦੀ, ਤੁਹਾਡੀ ਮਿਹਨਤ ਮੇਰੇ ਯਾਦ ਹੈ ਕਿ ਤੁਸੀਂ ਉਸ ਵੇਲੇ ਇੱਕ ਪੱਤਰਕਾਰਤਾ ਛੱਡ ਕੇ, ਜਾਣੀ ਮੈਨੂੰ ਲੱਗਦਾ ਕਿ ਹੁਣੇ ਤਾਂ ਨਿਰਪੱਖ ਜਿਹਾ, ਪਰ ਸਾਡੇ ਪੱਖ 'ਚ ਆ ਕੇ ਤੁਸੀਂ ਉਹ ਗੱਲਾਂ ਸ਼ਰੇਆਮ ਬੋਲੀਆਂ ਸੀ ਕਿ ਨਹੀਂ ਇੱਦਾਂ ਨਹੀਂ, ਇਹ ਇੱਦਾਂ। ਸੋ ਲੱਗਦਾ ਕਿ ਸਾਡੀ ਸਾਰਿਆਂ ਦੀ ਮਿਹਨਤ ਸੀ ਤੇ ਉਹ ਰੰਗ ਲੈ ਕੇ ਆਈ ਬਾਈ। ਪਰ ਉਹੀ ਗੱਲ ਜਿਵੇਂ ਤੁਸੀਂ ਕਹਿ ਕਿ ਇੰਨਾ ਵੱਡਾ ਅੰਦੋਲਨ ਹੁੰਦਾ, ਇਹ ਤਾਂ ਘਰਾਂ 'ਚ ਇੱਕ ਛੋਟਾ ਜਿਹਾ ਘਰ ਹੁੰਦਾ ਜਿੱਥੇ 5 ਜਾਣੇ ਹੁੰਦੇ ਨੇ,
ਹਨਾ ਇੱਕ ਗਰੁੱਪ ਹੁੰਦਾ ਦੋਸਤਾਂ ਦਾ 7-8 ਦਾ, ਉਹਦੇ 'ਚ ਇੰਨੇ ਡਿਫਰੈਂਸ ਹੁੰਦੇ ਨੇ। ਇੱਥੇ ਤਾਂ ਸਾਰੀਆਂ ਵਿਚਾਰਧਾਰਾਵਾਂ ਸੀ, ਸਾਰੇ ਧਰਮ ਸੀ, ਬਹੁਤ ਸਾਰੇ ਰਾਜ ਸੀ, ਬਹੁਤ ਸਾਰੀਆਂ ਭਾਸ਼ਾਵਾਂ ਸੀ। ਹੈਂ। ਇੱਥੇ ਤਾਂ ਓਬਵੀਅਸਲੀ ਡਿਫਰੈਂਸ ਹੋਣਾ ਕੋਈ ਮਾੜੀ ਗੱਲ ਵੀ ਨਹੀਂ ਡੈਮੋਕ੍ਰੇਸੀ। ਜੀ ਬਿਲਕੁਲ ਬਾਈ। ਤੇ ਬਾਕੀ ਇਹ ਮੇਰੇ ਖਿਆਲ 'ਚ ਸਵਾਦ ਆ ਬਾਈ ਕਿਸੇ ਜੰਗ ਦਾ, ਹਨਾ। ਤਾੜੀ ਦੋਨੇ ਹੱਥਾਂ ਨਹੀਂ ਵੱਜੇ ਤਾਂ ਖੜਕਾ ਹੁੰਦਾ ਹੈ। ਇੱਕ ਨਾਲ ਤਾਂ ਬਾਈ ਖੜਕਾ ਹੀ ਨਹੀਂ ਹੈ, ਹਨਾ। ਇੱਕ ਨਾਲ ਤਾਂ ਹਵਾ ਨਾਲ ਹੀ ਗੱਲਾਂ ਕਰ ਰਹੇ। ਸੋ ਇਸ ਕਰਕੇ ਉਹ ਵਧੀਆ। ਬਾਕੀ ਇਹ ਆ, ਤੁਸੀਂ ਵੱਡੇ ਬਹੁਤ ਹੋ ਜਾਂਦੇ ਹੋ, ਹਨਾ। ਮੈਂ ਪਰਸਨਲੀ ਮਹਿਸੂਸ ਕੀਤਾ ਇਹਨਾਂ ਚੀਜ਼ਾਂ ਨੂੰ। ਹਾਲਾਂਕਿ ਮੇਰੇ ਤੇ ਇਸ ਅੰਦੋਲਨ ਦੇ ਵਿੱਚ ਕੋਈ ਬਾਹਲੀ ਵੱਡੀ ਹਨੇਰੀ ਨਹੀਂ ਝੁੱਲੀ, ਪਰ ਜਿਨ੍ਹਾਂ ਤੇ ਵੀ ਝੁੱਲੀ ਉਹ ਮੇਰੇ ਆਸੇ-ਪਾਸੇ ਦੇ ਕੁਝ ਲੋਕ ਸੀ। ਤਾਂ ਮੈਂ ਦੇਖਿਆ ਉਹਨਾਂ ਨੇ ਕਿੰਨੀ ਦਲੇਰੀ ਨਾਲ ਉਸ ਚੀਜ਼ ਨੂੰ ਫੇਸ ਕੀਤਾ ਔਰ ਉਹਦੇ ਚੋਂ ਨਿਕਲੇ ਹੋ, ਹਨਾ। ਸੋ ਇੱਕ ਅੱਗ ਹੀ ਸੀ ਨਾ ਬਾਈ, ਤੇ ਕੀ ਪਤਾ ਕਿੱਡਾ ਕੁ ਵੱਡਾ ਤੂਫਾਨ ਲਈ ਬੈਠੇ ਸੀ ਉਹ ਲੋਕ ਕਿ ਨਹੀਂ ਯਾਰ ਇਹ ਚੀਜ਼ਾਂ ਬਹੁਤ ਛੋਟੀਆਂ ਨੇ, ਅਸੀਂ ਇਹਨਾਂ ਚੋਂ ਨਿਕਲਣਾ ਹੈ। ਔਰ ਆ ਕੇ ਫਿਰ ਉਸ ਕਾਫਲੇ ਦੇ ਨਾਲ ਰਲਦੇ ਸੀ ਉਹ ਲੋਕ, ਫਿਰ ਪਛੜਦੇ ਸੀ, ਫਿਰ ਰਲਦੇ ਸੀ, ਫਿਰ ਪਛੜਦੇ ਸੀ, ਫਿਰ ਰਲਦੇ ਸੀ। ਅਖੀਰ ਤੇ ਆ ਕੇ ਤੁਸੀਂ ਦੇਖ ਲਓ ਕਿ ਗੁਰਪੁਰਬ ਦਾ ਦਿਨ ਹੈ, ਬਾਬੇ ਨਾਨਕ ਦਾ ਦਿਨ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਤੇ ਤੜਕੇ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਤਾਂ ਜੀ। ਚਰਚਾ ਮੇਰੇ ਯਾਦ ਆ ਜਦੋਂ ਅੰਦੋਲਨ ਅਜੇ ਦਿੱਲੀ ਨਹੀਂ ਆਇਆ ਸੀ, ਤੂੰ ਸਾਡੇ ਸਟੂਡੀਓ ਆਏ ਸੀ, ਤੁਸੀਂ ਸਾਰੀ ਟੀਮ 10-12-15 ਜਾਣੇ ਸੀ ਤੁਸੀਂ। ਮੈਂ ਉਦੋਂ ਪੁੱਛਿਆ ਸੀ ਕੰਵਰ ਗਰੇਵਾਲ ਕਦੇ ਕਿਸੇ ਸਰਗਰਮ ਰਾਜਨੀਤੀ ਦਾ ਹਿੱਸਾ ਹੋ ਸਕਦਾ, ਕਿਸੇ ਸੋਸ਼ਲ ਪੋਲਿਟਿਕਸ ਦਾ ਹਿੱਸਾ ਹੋ ਸਕਦਾ, ਕਿਸੇ ਇਹੀ ਜੀ ਗੱਲ ਦਾ ਹਿੱਸਾ ਹੋ ਸਕਦਾ ਕਿ ਜਿਹਦੇ 'ਚ ਪੰਜਾਬ ਠੀਕ ਹੋਵੇ? ਨਹੀਂ ਬਾਈ ਨਹੀਂ। ਮੈਂ ਆਪਣੀ ਸਟੇਜ ਨਾਲ ਹੀ ਜਾਣੀ ਕੁਛ ਕਰਨ ਦੀ ਉਹਦੇ ਆਖਣ ਨੂੰ ਮਹਾਰਾਜ ਨੇ ਮੈਨੂੰ ਹਿੰਮਤ ਦਿੱਤੀ ਵੀ ਹੈ, ਹਨਾ। ਜਾਣੀ ਮੈਨੂੰ ਆਪਣੀ ਕਲਾ ਤੇ ਮਾਣ ਹੈ, ਮੈਨੂੰ ਆਪਣੀ ਸਟੇਜ ਤੇ ਮਾਣ ਹੈ, ਤੇ ਮੈਨੂੰ ਆਪਣੇ ਨਾਚ ਤੇ ਮਾਣ ਹੈ, ਮੈਨੂੰ ਲਿਖਤਾਂ ਤੇ ਮਾਣ ਹੈ। ਮੈਨੂੰ ਲੱਗਦਾ ਕਿ ਜੋ ਉਹਨਾਂ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕੀਤਾ, ਜਿਵੇਂ ਹੁਣ ਇਹਦੇ 'ਚ ਦੇਖ ਲਓ ਤੁਸੀਂ, ਇਹਦੇ 'ਚ ਮੈਂ ਕੋਈ ਨੇਤਾ ਨਹੀਂ ਸੀ। ਇਸ ਅੰਦੋਲਨ ਦੇ ਵਿੱਚ ਮੈਂ ਨੇਤਾ ਨਹੀਂ ਸੀ। ਇਸ ਅੰਦੋਲਨ ਦੇ ਵਿੱਚ ਮੇਰੀ ਪਾਰਟੀਸਪੇਸ਼ਨ ਐਜ਼ ਅ ਗਵਈਆ ਹੀ ਰਹੀ ਹੈ। ਔਰ ਹਰ ਇੱਕ ਬੰਦਾ ਕਹਿ ਰਿਹਾ ਕਿ ਯਾਰ ਤੇਰੇ ਗੀਤਾਂ ਦਾ ਅਸਰ ਸੀ। ਸੋ ਇਸ ਚੀਜ਼ ਨੇ ਹੋਰ ਮੋਹਰ ਲਾਤੀ ਪੱਕੀ ਹੈ, ਹਨਾ। ਜਿੱਦਾਂ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਆਈ ਹੈ ਤਾਂ ਹਰ ਬੰਦਾ ਕਹਿੰਦਾ ਯਾਰ ਜਦੋਂ ਤੁਸੀਂ ਗਵਈਏ ਆ ਗਏ, ਫਿਲਮ ਅਦਾਕਾਰ ਆ ਗਏ ਤੁਸੀਂ, ਤਾਂ ਮੋਰਚੇ ਨੂੰ ਯਾਰ ਬਹੁਤ ਵੱਡਾ ਬੂਸਟ ਵੱਜਿਆ। ਸੋ ਉਹ ਕਿਤੇ ਨਾ ਕਿਤੇ ਲੱਗਦਾ ਕਿ ਇਹ ਕੋਈ ਰਾਜਨੀਤਿਕ ਪਹੁੰਚ ਨਹੀਂ ਸੀ, ਇਹ ਕਲਾ ਦਾ ਹੀ ਵਰਤਾਰਾ ਸੀ ਕਿ ਕਲਾ ਨੇ ਐਸਾ ਇੱਕ ਰੰਗ ਪੇਸ਼ ਕੀਤਾ ਕਿ ਸਾਰੇ ਲੋਕ ਐਨ ਵਹੀਰਾਂ ਕੱਤ ਤੁਰ ਪਏ। ਸੋ ਇਸ ਚੀਜ਼ ਨੇ ਮੈਨੂੰ ਮੇਰੇ ਯਕੀਨ ਨੂੰ ਹੋਰ ਪੱਕਾ ਕੀਤਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਪੰਜਾਬ ਦੇ ਗੀਤ ਗਾਵਾਂਗੇ, ਪੰਜਾਬੀ ਦੇ ਗੀਤ ਗਾਵਾਂਗੇ, ਹੈ। ਤੇ ਜਿੱਥੇ ਜਿੱਥੇ ਸਾਡਾ ਮਾਣ ਵੱਧਦਾ ਉਸ ਮਾਣ ਨੂੰ ਆਪਣੇ ਗੀਤਾਂ ਰਾਹੀਂ ਹੋਰ ਦੂਣਾ ਕਰਾਂਗੇ। ਜਿੱਥੇ ਸਾਡੀਆਂ ਕਮੀਆਂ ਨੇ ਉਹਨਾਂ ਨੂੰ ਸ਼ਰੇਆਮ ਆਪਣੇ ਗੀਤਾਂ 'ਚ ਗਾਵਾਂਗੇ। ਤੁਹਾਨੂੰ ਲੱਗਦਾ ਪੰਜਾਬ 'ਚ ਕੋਈ ਇਸ ਤਰ੍ਹਾਂ ਦਾ ਮੰਚ ਬਣਨਾ ਚਾਹੀਦਾ? ਜੇ ਮੂਹਰੇ 32 ਜਥੇਬੰਦੀਆਂ ਸੀ, ਉਹਨਾਂ ਦਾ ਇੱਕ ਪ੍ਰੈਸ਼ਰ ਸੀ। ਪੰਜਾਬ ਬੜਾ ਮਤਲਬ ਸਾਰੇ ਲੋਕ ਮੰਨਦੇ ਸੀ ਕਿ ਇੱਕ ਤਰ੍ਹਾਂ ਦੀ ਬਦਲਵੀਂ ਸਰਕਾਰ ਇਹ ਨੇ, ਪੈਰਲਲ ਗਵਰਨਮੈਂਟ ਹੋ ਗਿਆ ਸੀਗਾ ਉਹ ਮੋਰਚਾ। ਪੰਜਾਬ 'ਚ ਕੁਝ ਜਿਹਾ ਜਾਰੀ ਰਹਿਣਾ ਚਾਹੀਦਾ, ਤੁਸੀਂ ਉਹਦੇ ਸਪੋਰਟਿਵ ਹੋਵੋਗੇ, ਕੋਈ ਇਸ ਤਰ੍ਹਾਂ ਦੀ ਗੱਲ ਚੱਲਣੀ ਚਾਹੀਦੀ ਹੈ? ਦੇਖੋ ਇਹ ਚੀਜ਼ਾਂ ਨਾ ਗੰਧਲੀਆਂ ਹੋ ਜਾਂਦੀਆਂ, ਮਾਫ ਕਰਨਾ ਮੈਨੂੰ। ਇਹਨਾਂ ਗੱਲਾਂ ਦੀ ਸ਼ੁਰੂਆਤ ਬਹੁਤ ਸੋਹਣੀ ਹੁੰਦੀ ਹੈ ਜਦੋਂ ਵੀ ਕੋਈ ਧਿਰ ਬਣਦੀ ਹੈ, ਕਿਸੇ ਵੀ ਫੀਲਡ ਦੇ ਵਿੱਚ ਬਣਦੀ ਆ। ਉਹ ਪਹਿਲੋਂ ਪਹਿਲ ਬੜੀਆਂ ਕਮਾਲ ਦੀਆਂ ਗੱਲਾਂ ਹੁੰਦੀਆਂ, ਬੜੀਆਂ ਵੱਡੀਆਂ ਗੱਲਾਂ ਹੁੰਦੀਆਂ, ਬਹੁਤ ਨੇਕੀ ਜੀ ਹੁੰਦੀ ਆ ਉਹਨਾਂ ਸੁਭਾਵਾਂ ਦੇ ਵਿੱਚ, ਜਿੱਥੇ ਬੈਠ ਕੇ ਪਹਿਲਾਂ ਜਿਹੜੀ ਇੱਕ ਫਾਊਂਡੇਸ਼ਨ ਜੀ ਬਾਈਜ਼ ਦਿੰਦੀ ਹੈ ਉਹ। ਪਰ ਹੌਲੀ ਹੌਲੀ ਪਤਾ ਨਹੀਂ ਕਿਉਂ, ਜਿੰਨੇ ਕੁ ਦਾ ਮੇਰਾ ਐਕਸਪੀਰੀਅੰਸ ਹੋਇਆ ਕਿ ਹੌਲੀ ਹੌਲੀ ਉਹ ਚੀਜ਼ਾਂ ਗੰਧਲੀਆਂ ਤੇ ਹੌਲੀ ਹੌਲੀ ਉਹ ਜਮਾਂ ਬੇੜਾ ਗਰਕ ਹੋਣ ਵਾਲਾ ਕੰਮ ਹੀ ਹੋ ਗਿਆ। ਸੋ ਇੱਥੇ ਮੈਂ ਆਸ ਕਰਦਾ ਕਿ ਇਹ ਕਿਸਾਨ ਜਥੇਬੰਦੀਆਂ ਇੱਥੋਂ ਮੋਰਚਾ ਫਤਿਹ ਕਰਕੇ ਜਾਣ, ਤੇ ਜੇ ਕਿਸਾਨ ਇਸ ਤਰ੍ਹਾਂ ਸੋਚਣਗੇ ਆ ਕੇ, ਜਿਹੜੇ ਵਾਕਈ ਕਿਸਾਨ ਹੈ, ਜਿਨ੍ਹਾਂ ਨੂੰ ਪਤਾ ਹੈ ਫਸਲਾਂ ਦਾ ਇਲਮ ਹੈ, ਜਿਨ੍ਹਾਂ ਨੂੰ ਮਿੱਟੀ ਦਾ ਪਤਾ ਹੈ, ਸੁਭਾਅ ਪਤਾ ਹੈ ਮਿੱਟੀ ਦਾ, ਜੇ ਉਹ ਲੋਕ ਆ ਕੇ ਅੱਗੇ ਆਪਣਾ ਕੋਈ ਸਰਕਾਰੀ ਦਰਬਾਰੇ ਆਪਣਾ ਕੋਈ ਪ੍ਰਭਾਵ ਲਿਆਉਣਾ ਚਾਹੁੰਦੇ ਆ, ਹਨਾ, ਉਹਨਾਂ ਤਖਤਾਂ ਤੇ ਬੈਠਣਾ ਚਾਹੁੰਦੇ ਆ, ਤਾਂ ਮੈਂ ਇਕੱਲਾ ਕੀ, ਮੈਨੂੰ ਲੱਗਦਾ ਇਕੱਲਾ ਕਲਾਕਾਰ ਨਾਲ ਖੜਾ। ਬਸ ਇਹ ਹੈ ਕਿ ਮੁੱਖ ਦੀ ਗੱਲ ਤਾਂ ਇਹ ਹੈ ਕਿ ਅਸੀਂ ਤਾਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਬਾਈ। ਜਿਵੇਂ ਇਸ ਲਹਿਰ ਦਾ ਤੁਸੀਂ ਹਿੱਸਾ ਸੀਗੇ, ਤਾਂ ਕਿਸੇ ਹੋਰ ਲਹਿਰ ਦਾ ਹਿੱਸਾ ਹੋ ਸਕਦੇ ਹੋ ਪੰਜਾਬ ਦੇ ਜਿਹੜੇ ਭਲੇ ਲਈ ਕੋਈ ਲਹਿਰ ਚੱਲੇ? ਨਾ ਬਿਲਕੁਲ ਬਾਈ, ਬੇਸ਼ੱਕ। ਗਵਈਆ ਹੀ ਉਹ ਹੈ ਮੈਨੂੰ ਲੱਗਦਾ ਕਿ ਜਿਹੜਾ ਆਪਦੇ ਸੂਬੇ 'ਚ ਜਿੱਥੋਂ ਦਾ ਖਾਧਾ ਹੋਣਾ, ਜਿੱਥੇ ਪਲਿਆ ਉਹ, ਹਨਾ, ਜਿਸ ਭਾਸ਼ਾ ਨੇ ਉਹਨੂੰ ਦਿੱਤਾ, ਜਿਸ ਪਹਿਰਾਵੇ ਨੇ ਉਹਨੂੰ ਦਿੱਤਾ ਹੈ, ਜਿਨ੍ਹਾਂ ਲੋਕਾਂ ਨੇ ਉਹਨੂੰ ਦਿੱਤਾ, ਜਿੱਥੋਂ ਦੀਆਂ ਖੁਸ਼ੀਆਂ ਗਮੀਆਂ 'ਚ ਉਹ ਜਵਾਨ ਹੋਇਆ, ਤਾਂ ਉੱਥੋਂ ਦੀਆਂ ਚੰਗੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਕਰਨਾ, ਮਾੜੀਆਂ ਦੇ ਖਿਲਾਫ ਬੋਲਣਾ। ਕੋਈ ਨਵੀਂ ਲਹਿਰ ਆਉਂਦੀ ਹੈ, ਜੇ ਲੱਗਦਾ ਕਿ ਖਾਲਸਾ ਹੈ, ਦੇਸੀ ਘਿਓ ਵਰਗੀ ਹੈ, ਪੰਜਾਬ ਨੂੰ ਕੁਝ ਦੇ ਸਕਦੀ ਹੈ, ਉਹਦੇ ਨਾਲ ਖੜਨ 'ਚ ਕੀ ਹਰਜ਼ ਹੈ? ਚੋਣ ਨਹੀਂ ਕਦੇ ਲੜੋਗੇ? ਦੇਖੋ ਮੈਨੂੰ ਮਹਾਰਾਜ ਨੇ ਇਸ ਵਾਰੀ ਗਾਉਣ ਵਾਸਤੇ ਭੇਜਿਆ ਹੈ, ਹਨਾ, ਤਾਂ ਇਸ ਚੀਜ਼ ਨੂੰ ਮੈਨੂੰ ਸਮਝਣ ਦੀ ਲੋੜ ਹੈ ਔਰ ਸਮਝਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੀ ਮੇਰੀ ਪਿਛਲੇ 7-8 ਸਾਲਾਂ ਦੀ ਜਰਨੀ ਰਹੀ ਹੈ ਬਾਈ, ਹਨਾ, ਤੇ ਮੈਨੂੰ ਮਹਾਰਾਜ ਨੇ ਕੋਈ ਕਮੀ ਛੱਡੀ ਨਹੀਂ, ਹਨਾ। ਸੇਵਾ ਪੱਖੋਂ ਮੇਰੇ ਗੀਤਾਂ 'ਚ ਕਦੇ ਉਹ ਬੈਠੀਆਂ ਪੈਣਾ, ਹਨਾ, ਤੇ ਕੱਲ ਨਗਰ ਕੀਰਤਨ ਉਹਦੀ ਤਿਆਰੀ ਕਰ ਰਹੀ ਹਾਂ,
ਕੱਲੀ ਕੱਲੀ ਭੈਣ ਆ ਕੇ ਮਿਲ ਕੇ ਗਈ ਹੈ ਹਨਾ। ਕਿਸੇ ਨਾਲ ਮੈਂ ਇਦਾਂ ਵੀ ਫੋਟੋ ਖਿਚਾ ਲੈਣਾ, ਕੋਈ ਮੇਰੇ ਨਾਲ ਇਦਾਂ ਖੜ ਜਾਂਦੀ ਹੈ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਕੋਈ ਕਲਾਕਾਰਾਂ ਵਾਂਗੂ, ਉਹਨਾਂ ਨੂੰ ਲੱਗਦਾ ਕਿ ਸਾਡਾ ਭਰਾ ਹੈ। ਸੋ ਇਸ ਕਰਕੇ ਇਸ ਕਲਾ ਨੇ ਮੈਨੂੰ ਬਹੁਤ ਦਿੱਤਾ ਹੈ, ਇਸ ਗਾਇਕੀ ਨੇ ਬਹੁਤ ਦਿੱਤਾ ਹੈ। ਸੋ ਇਧਰਲੇ ਪਾਸੇ ਹੀ ਮਹਾਰਾਜ ਤੰਦਰੁਸਤੀਆਂ ਬਖਸ਼ੇ, ਨੀਅਤਾਂ ਬਖਸ਼ੇ, ਤੇ ਅੱਗੇ ਇਦਾਂ ਹੀ ਸੇਵਾ ਕਰਦੇ ਰਹਾਂਗੇ ਆਪਾਂ ਆਪਣੀ ਗਾਇਕੀ ਰਾਹੀਂ ਬਾਈ। ਜਦੋਂ ਉਰੋਂ ਵਾਪਸ ਜਾ ਰਹੇ ਹੋਵਾਂਗੇ ਜਿੱਤ ਕੇ, ਤੁਸੀਂ ਕਾਫਲੇ ਦਾ ਹਿੱਸਾ ਪੂਰਾ ਉਹ ਦਿਨ ਪੂਰਾ ਹਰਫ ਵੀ ਆਜੂ ਮੈਨੂੰ ਲੱਗਦਾ ਉਦੋਂ ਤੱਕ ਤਾਂ 28 ਤਰੀਕ ਨੂੰ ਆ ਜਾਣਾ ਬਾਈ ਉਹਨੇ, 28 ਨੂੰ ਆ ਜਾਣਾ। ਜਾਣੀ ਦੇਖਾਂਗੇ ਇੱਥੇ ਜਥੇਬੰਦੀਆਂ ਦਾ ਕਿੱਦਾਂ ਦਾ ਸਾਰਾ ਪੇਪਰ ਵਰਕ ਹੋਊਗਾ, ਕਿਉਂਕਿ ਮੈਂ ਉਸ ਪੱਖ 'ਚ ਹੋਊਗਾ ਕਿ ਆਹ ਕਾਰਪੇਟ ਅਸੀਂ ਚੱਕ ਕੇ ਜਾਈਏ। ਸਾਡੇ ਪਿਓ ਦਾਦੇ, ਸਾਡੀਆਂ ਮਾਵਾਂ, ਸਾਰੀਆਂ ਭੈਣਾਂ ਸਾਡੀਆਂ ਟਰਾਲੀਆਂ 'ਚ ਇੱਥੋਂ ਚਲੀਆਂ ਜਾਣ, ਅਸੀਂ ਨੌਜਵਾਨ ਭਰਾ ਆਪਾਂ ਸਾਰੇ ਇੱਥੇ ਝਾੜੂ ਚੱਕੀਏ ਉਵੇਂ ਆਹ ਕਾਰਪੇਟਾਂ ਦੀਆਂ ਤਹਾਂ ਆਪਾਂ ਮਾਰ ਕੇ ਟਰਾਲੀਆਂ 'ਚ ਸਿੱਟੀਏ ਹਨਾ। ਸਾਰਾ ਜਿੰਨੀ ਵੀ ਇੱਥੇ ਕੋਈ ਆਸੇ-ਪਾਸੇ ਕੋਈ ਗੰਦਗੀ ਹੈ, ਵੈਸੇ ਤਾਂ ਸਾਰਿਆਂ ਨੇ ਮੇਨਟੇਨ ਕਰ ਰੱਖਿਆ, ਪਰ ਜਿੱਥੇ ਜਿੱਥੇ ਵੀ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਬਿਨ ਹੋਣੀਆਂ ਚਾਹੀਦੀਆਂ ਉਹ ਅਸੀਂ ਆਪਣੇ ਹੱਥਾਂ ਨਾਲ ਬਿਨ ਕਰਕੇ ਜਾਈਏ। ਸੋ ਪਹਿਲਾਂ ਵੀ ਟਿੱਕਰੀ ਤੇ ਵੀ ਕਰਦੇ ਰਹੇ ਹੋ, ਲਗਾਤਾਰ ਇੱਥੇ ਵੀ ਕਰਦੇ ਰਹੇ ਹੋ। ਚਲੋ ਹਾਂ, ਆਪਾਂ ਹੁਣ ਕੋਸ਼ਿਸ਼ ਕਰਾਂਗੇ। ਮੈਨੂੰ ਲੱਗਦਾ ਕਿ ਆ ਜਿਹੜੇ ਆਸੇ-ਪਾਸੇ ਘਰ ਹੈ ਜਿਨ੍ਹਾਂ ਦੇ ਬਿਜ਼ਨਸ ਹੈ, ਦੁਕਾਨਾਂ ਇੱਥੇ, ਇਹਨਾਂ ਲਈ ਹੁਣ ਤੱਕ ਆਪਾਂ ਸਾਰਿਆਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ। ਸਾਡੀ ਵਜ੍ਹਾ ਕਰਕੇ ਲੋਕ ਤੰਗ ਨਹੀਂ ਹੋਏ। ਹਾਲਾਂਕਿ ਵਿੱਚ ਕਈਆਂ ਨੇ ਖਬਰਾਂ ਕ੍ਰੀਏਟ ਕੀਤੀਆਂ ਕਿ ਲੋਕ ਬਹੁਤ ਤੰਗ ਨੇ, ਪਰ ਐਕਚੁਅਲ 'ਚ ਲੋਕ ਤੰਗ ਨਹੀਂ ਹੈ। ਸੋ ਜਦੋਂ ਅਸੀਂ ਜਾਈਏ ਵੀ ਤਾਂ ਲਿਸ਼ ਕਰਦੀਆਂ, ਜਿਵੇਂ ਕਹਿੰਦੇ ਹੁੰਦੇ ਨਾ ਸੜਕਾਂ ਇਹੋ ਜਿਹੀਆਂ ਹੋਵੇ ਕਿ ਵਿੱਚ ਖੜ ਕੇ ਭਾਵੇਂ ਪੱਗ ਬੰਨ੍ਹ ਲਾ। ਸੋ ਇੰਨੀ ਸਫਾਈ ਦੇ ਕੇ ਜਾਈਏ ਆਪਾਂ ਇਸ ਏਰੀਏ ਦੇ ਵਿੱਚ ਵੀ, ਔਰ ਟਿਕਰੀ ਬਾਰਡਰ ਦੇ ਉੱਪਰ ਵੀ ਜੀ। ਲਾਸਟ 'ਚ ਮੈਂ ਕਹੂੰਗਾ ਜਿਹੜਾ ਤੁਸੀਂ ਜਿੰਨੇ ਗਾਣੇ ਗਾਏ ਹੁਣ ਤੱਕ, ਉਹਨਾਂ 'ਚ ਜਿਹੜਾ ਤੁਹਾਨੂੰ ਸਭ ਤੋਂ ਬੈਸਟ ਲੱਗਦਾ ਹੈਗਾ ਕਿ ਆਹ ਗਾਣਾ ਦਾ ਤੁਹਾਡੇ ਬਹੁਤ ਦਿਲ ਦੇ ਨੇੜੇ, ਉਹ ਜ਼ਰੂਰ ਉਹਦੀਆਂ ਚੰਦ ਲਾਈਨਾਂ। ਬੈਰਾਗੀ ਹੈ, ਜਦੋਂ ਜਿਨ੍ਹਾਂ ਦਿਨਾਂ 'ਚ ਹਾਰਫੋਰਾਂ ਨੇ ਉਹ ਗੀਤ ਲਿਖਿਆ ਸੀ, ਸਾਡੇ ਲਈ ਕਿਲੇ ਬਣ ਗਈਆਂ। ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਪਸੰਦ ਆਉ ਗੀਤ ਹਨਾ। ਉਸ ਦਿਨ ਅਮਤੋਜ ਬਾਈ ਹੁਣੀ ਵੀ ਬੈਠੇ ਸੀ, ਉਹਨਾਂ ਨੇ ਵੀ ਖਾਸ ਉਸ ਗੀਤ ਦਾ ਜ਼ਿਕਰ ਕੀਤਾ। ਯਾਰ ਕਮਰ ਕਹਿੰਦੇ ਉਹ ਗੀਤ ਬਹੁਤ ਕੁਛ ਕਰਦਾ ਯਾਰ, ਕਹਿੰਦੇ ਜਦੋਂ ਸੁਣਦੇ ਆ। ਹੁਣ ਵੀ ਮੈਂ ਇੱਥੇ ਸੱਜਣਾ ਨੂੰ ਕਈਆਂ ਨੂੰ ਮਿਲਿਆ ਤਾਂ ਬਹੁਤੀਆਂ ਜ਼ੁਬਾਨਾਂ 'ਚੋਂ ਉਸ ਗੀਤ ਦਾ ਜ਼ਿਕਰ ਹੋਇਆ ਕਿ ਯਾਰ ਉਹ ਗੀਤ ਜਿਹੜਾ ਕਿ ਉਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ, ਬਾਰਡਰ ਤੇ, ਬਾਰਡਰ ਤੇ। ਉਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ। ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਕੀ ਬਾਤ ਹੈ, ਤੁਹਾਡਾ ਇਸ ਅੰਦੋਲਨ ਨੂੰ ਬਹੁਤ ਵੱਡਾ ਯੋਗਦਾਨ ਆ, ਉਹਦੇ ਲਈ ਬਹੁਤ ਧੰਨਵਾਦ ਔਰ ਬਹੁਤ ਮੁਬਾਰਕਾਂ। ਕਿ ਤੁਹਾਡਾ ਵੀ ਬਹੁਤ ਧੰਨਵਾਦ, ਤੁਹਾਡਾ ਮੇਰੇ ਵੱਲੋਂ ਵੀ, ਔਰ ਸਾਰੇ ਜਿੰਨੇ ਵੀ ਇੱਥੇ ਕਿਸਾਨ, ਮਜ਼ਦੂਰ, ਗਵਈਏ, ਫਨਕਾਰ, ਫਿਲਮ ਆਰਟਿਸਟ, ਕੋਈ ਹੋਰ, ਇਵਨ ਕਿ ਬਾਕੀ ਮੀਡੀਆ ਵੱਲੋਂ ਵੀ, ਕਿਉਂਕਿ ਤੁਸੀਂ ਸੀਨੀਅਰਾਂ ਚਾਹੁੰਦੇ ਹੋ। ਅਸੀਂ ਇਹ ਨਹੀਂ ਕਿ ਕੋਈ ਫਾਰਮੈਲਿਟੀ, ਕੋਈ ਉੱਦਾਂ ਦੀ ਗੱਲ, ਅਸੀਂ ਦਿਲੋਂ ਕਹਿੰਦੇ ਹਾਂ। ਅਸੀਂ ਤੁਹਾਡੀ ਕਲਾ ਦਾ, ਤੁਹਾਡੇ ਗਿਆਨ ਦਾ ਸਤਿਕਾਰ ਕਰਦੇ ਹਾਂ। ਸਾਨੂੰ ਪਤਾ ਤੁਸੀਂ ਪੜ੍ਹ ਲਿਖ ਕੇ ਆਏ ਹੋ, ਤੁਸੀਂ ਉਹ ਵਿਦਿਆ, ਉਹ ਇਲਮ ਲੈ ਕੇ ਆਏ ਹੋ ਇਸ ਲਾਈਨ ਦੇ ਵਿੱਚ। ਇਸ ਕਰਕੇ ਅਸੀਂ ਹਮੇਸ਼ਾ ਤੁਹਾਨੂੰ ਪਿਆਰ ਕਰਦੇ ਰਹਾਂਗੇ, ਤੁਹਾਡੀ ਕਲਾ ਨੂੰ ਸਤਿਕਾਰਦੇ ਰਹਾਂਗੇ, ਔਰ ਜਿਸ ਤਰ੍ਹਾਂ ਦਾ ਕੰਟਰੀਬਿਊਸ਼ਨ ਤੁਹਾਡਾ ਇਸ ਪ੍ਰੋਟੈਸਟ ਦੇ ਵਿੱਚ ਰਿਹਾ, ਉਹ ਵੀ ਅਸੀਂ ਹਮੇਸ਼ਾ ਯਾਦ ਰੱਖਾਂਗੇ। ਧੰਨਵਾਦ ਬਾਈ, ਬਹੁਤ ਧੰਨਵਾਦ। ਤਾਂ ਇਹ ਸਨ ਕੰਵਰ ਗਰੇਵਾਲ, ਜਿਹੜੇ ਸ਼ੁਰੂ ਤੋਂ ਸਾਡੇ ਯਾਦ ਆ। 25 ਦੀ ਰਾਤ ਨੂੰ ਅਸੀਂ ਇੱਥੇ ਰੁਕੇ ਸੀ, 26 ਨੂੰ ਇੱਥੇ ਪਹੁੰਚੇ। ਉਸ ਦਿਨ ਯਾਦ ਆ ਸਾਲ ਹੋ ਗਿਆ ਪੂਰਾ, ਤੇ ਉਸ ਤੋਂ ਬਾਅਦ ਲਗਾਤਾਰ ਇਨ ਟੱਚ ਵੀ ਰਹੇ, ਇਹਨਾਂ ਨਾਲ ਗੱਲਾਂ ਵੀ ਹੁੰਦੀਆਂ ਰਹੀਆਂ, ਚਰਚਾਵਾਂ ਵੀ ਕਰਦੇ ਰਹੇ, ਰਿਪੋਰਟ ਵੀ ਕਰਦੇ ਰਹੇ, ਫਿਕਰ ਵੀ ਹੁੰਦਾ ਰਿਹਾ। ਜਦੋਂ ਖਾਸ ਤੌਰ ਤੇ ਇਹੋ ਜਿਹੇ ਦਿਨ ਆਏ, ਜਿਹੜੇ ਦਿਨ ਅੰਦੋਲਨ ਲਈ ਮਾੜੇ ਸੀਗੇ, ਜਦੋਂ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ, ਯਾਨੀ ਸਟੇਟ ਬਹੁਤ ਵੱਡੇ ਪੱਧਰ ਦੇ ਉੱਤੇ ਇੰਟਰਵੈਨ ਕਰਨ ਲੱਗ ਗਈ, ਪੁਲਿਸ ਆ ਗਈ, ਪਰ ਉਹਦੇ ਬਾਵਜੂਦ ਸਭ ਕੁਝ ਚੜ੍ਹਦੀ ਕਲਾ 'ਚ ਰਿਹਾ। ਤੇ ਉਹਦੇ 'ਚ ਕਲਾ ਦਾ, ਜੇ ਮੈਂ ਕਹਾਂ ਸੱਭਿਆਚਾਰਕ ਕਾਮਿਆਂ ਦਾ ਵੀ ਬਹੁਤ ਵੱਡਾ ਰੋਲ ਸੀ। ਤੇ ਇਸੇ ਕਰਕੇ ਕੰਵਰ ਗਰੇਵਾਲ ਅੱਜ ਇੱਥੇ ਨੇ, ਤੇ ਕਹਿੰਦੇ ਉਦਣ ਵੀ ਇੱਥੇ ਹੋਵਾਂਗੇ ਜਿੱਦਣ ਇੱਥੋਂ ਕਾਫਲੇ ਪੰਜਾਬ ਵੱਲ ਨੂੰ ਤੁਰਨਗੇ। ਕੈਮਰਾਮੈਨ ਜਗਜੀਤ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।